ਅੱਜ ਆਪਾਂ 10th ਕਲਾਸ ਦੀ 7.2 ਐਕਸਰਸਾਈਜ਼ ਦਾ ਪਾਰਟ 2 ਕਰਨ ਜਾ ਰਹੇ ਹਾਂ। ਇਸ ਐਕਸਰਸਾਈਜ਼ ਦੇ ਵਿੱਚ ਜਿਹੜੇ ਵੀ ਕੁਐਸਚਨ ਹੈ ਉਹ ਬਹੁਤ ਇੰਪੋਰਟੈਂਟ ਹੈ ਔਰ ਪੇਪਰ 'ਚ ਬਾਰ-ਬਾਰ ਪੁੱਛੇ ਜਾਂਦੇ ਆ। ਸਭ ਤੋਂ ਪਹਿਲਾਂ ਸਾਡੇ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਗੇ ਆਪਾਂ ਕੁਐਸਚਨ ਸਟਾਰਟ ਕਰ ਸਕੀਏ। ਕੀ ਕਹਿ ਰਿਹਾ ਕੁਐਸਚਨ, ਇਫ ਦਿਸ ਐਂਡ ਦਿਸ 4 ਪੁਆਇੰਟ ਦਿੱਤੇ ਹੋਏ ਆ ਆਰ ਦਾ ਵਰਟਿਸਿਸ ਆਫ ਪੈਰਲੋਗ੍ਰਾਮ। ਪੈਰਲੋਗ੍ਰਾਮ ਦੀਆਂ ਵਰਟਿਸਿਸ ਮਤਲਬ ਉਹਦੇ ਕਾਰਨਰ ਆ। ਟੇਕਨ ਇਨ ਦਾ ਆਰਡਰ ਫਾਈਂਡ ਐਕਸ ਐਂਡ ਵਾਈ। ਐਕਸ ਐਂਡ ਵਾਈ ਜਿਹੜੇ ਇਹਦੇ ਵਿੱਚ ਦਿੱਤੇ ਹੋਏ ਆ ਉਹ ਤੁਸੀਂ ਫਾਈਂਡ ਕਰਨੇ ਆ। ਪੈਰਲੋਗ੍ਰਾਮ ਦੀਆਂ ਵਰਟਿਸਿਸ ਮਤਲਬ ਆ ਮੈਂ ਡਾਇਗਰਾਮ ਬਣਾ ਕੇ ਦੱਸੀ ਹੋਈ ਆ, ਪੈਰਲੋਗ੍ਰਾਮ ਆ ਔਰ ਵਰਟਿਸਿਸ ਮਤਲਬ ਉਹਦੇ ਕੋਨੇ ਆ। ਇਹ ਇੱਕ ਇੱਕ ਕਰਕੇ ABCD ਜਿਹੜੇ ਮਰਜ਼ੀ ਹਿਸਾਬ ਨਾਲ ਤੁਸੀਂ ABCD ਲਗਾ ਸਕਦੇ ਹੋ। ਹੁਣ ਉਹ ਕੀ ਕਹਿ ਰਿਹਾ, ਇਹਦੇ ਵਿੱਚੋਂ ਐਕਸ ਐਂਡ ਵਾਈ ਫਾਈਂਡ ਕਰਨਾ। ਹੁਣ ਇੱਦਾਂ ਤਾਂ ਐਕਸ ਐਂਡ ਵਾਈ ਕਿਸੇ ਤਰੀਕੇ ਨਾਲ ਫਾਈਂਡ ਹੀ ਨਹੀਂ ਹੋ ਸਕਦਾ। ਜੋ ਹਿਸਾਬ ਦੇ ਨਾਲ ਆਪਾਂ ਰੇਸ਼ੋ ਵਾਲੇ ਫਾਰਮੂਲੇ ਕਰ ਰਹੇ ਹਾਂ ਤਾਂ ਆਪਾਂ ਨੂੰ ਕੀ ਕੀਤਾ, ਆਪਾਂ ਉਹਦੇ ਡਾਇਗਨਲ ਡਰਾ ਕਰ ਲਿਆ। ਜਿਹੜਾ ਕੀ ਆ, ਉਹ ਜਿਹੜਾ ਮਿਡ ਪੁਆਇੰਟ ਆ, ਕਿਹਦਾ ਮਿਡ ਪੁਆਇੰਟ ਆ, A ਔਰ C ਦਾ ਮਿਡ ਪੁਆਇੰਟ ਵੀ ਉਹ ਆ ਔਰ B ਔਰ D ਦਾ ਮਿਡ ਪੁਆਇੰਟ ਵੀ ਉਹ ਆ। ਹੁਣ ਇਸ ਕੁਐਸਚਨ ਦੇ ਲਈ ਤੁਹਾਨੂੰ ਮਿਡ ਪੁਆਇੰਟ ਦਾ ਫਾਰਮੂਲਾ ਪਤਾ ਹੋਣਾ ਬਹੁਤ ਜ਼ਰੂਰੀ ਆ। ਮਿਡ ਪੁਆਇੰਟ ਦਾ ਫਾਰਮੂਲਾ ਹੁੰਦਾ ਆ x1 + x2 / 2 ਅਗਰ x ਵਾਲਾ ਵੇਰੀਏਬਲ ਪਤਾ ਕਰਨਾ ਆ, y1 + y2 / 2 ਅਗਰ y ਵਾਲਾ ਪਤਾ ਕਰਨਾ ਆ। ਠੀਕ ਹੈ, ਇਹ ਬਹੁਤ ਸਿੰਪਲ ਜਿਹਾ ਫਾਰਮੂਲਾ ਪੁਰਾਣੀਆਂ ਕਲਾਸਾਂ ਦੇ ਵਿੱਚ ਕੀਤਾ ਹੋਣਾ ਤੁਸੀਂ। ਹੁਣ ਦੇਖੋ ਜਿੱਥੋਂ ਸਟਾਰਟ ਕਰਨਾ, ਪਹਿਲਾਂ ਤਾਂ ਤੁਸੀਂ ਲਿਖ ਲਿਓ A, B, C and D are vertices of a parallelogram। A ਦਾ ਮਤਲਬ ਕੀ ਆ, A ਹੈਗੀ ਆ ਸਾਡੇ ਕੋਲ 1 2, B ਹੈਗੀ ਆ ਸਾਡੇ ਕੋਲ 4 ਤੇ y, C ਹੈਗੀ ਆ ਸਾਡੇ ਕੋਲ x 6 ਐਂਡ D ਹੈਗੀ ਆ ਸਾਡੇ ਕੋਲ 3 ਤੇ 5। ਲੈਟ ਕਰਕੇ ਇਹਨੂੰ ਮੰਨ ਲਈਓ। ਹੁਣ ਉਸ ਤੋਂ ਬਾਅਦ ਤੁਸੀਂ ਕੀ ਲਿਖੋਗੇ, O is a ਮਿਡ ਪੁਆਇੰਟ ਆਫ, ਕਿਹਦਾ ਮਿਡ ਪੁਆਇੰਟ ਆ, ਇੱਕ ਤਾਂ BD ਦਾ ਆ, ਦੂਸਰੇ ਪਾਸੇ ਕਿਹਦਾ ਮਿਡ ਪੁਆਇੰਟ ਆ, AC ਦਾ ਆ। ਠੀਕ ਹੈ, ਹੁਣ B ਔਰ D ਵਾਲੇ ਪੁਆਇੰਟ ਨੂੰ ਲੈ ਕੇ ਮਿਡ ਪੁਆਇੰਟ ਦੀ ਵੈਲਿਊ ਕੱਢੋ, A ਔਰ C ਵਾਲੇ ਪੁਆਇੰਟ ਨੂੰ ਲੈ ਕੇ ਮਿਡ ਪੁਆਇੰਟ ਦੀ ਵੈਲਿਊ ਕੱਢੋ। ਪਹਿਲਾਂ ਕੀ ਕਰਦੇ ਆ, ਲੈਟ O is a ਮਿਡ ਪੁਆਇੰਟ ਆਫ, ਜਿਹਦਾ ਮਰਜ਼ੀ ਲੈ ਲਓ, ਚਾਹੇ BD ਦਾ ਲੈ ਲਓ ਚਾਹੇ AC ਦਾ ਲੈ ਲਓ। ਮੈਂ ਪਹਿਲਾਂ AC ਦਾ ਲੈ ਲੈਂਦੀ ਹਾਂ। O is a ਮਿਡ ਪੁਆਇੰਟ ਆਫ AC। ਦੈਨ ਤੁਸੀਂ ਆ ਮਿਡ ਪੁਆਇੰਟ ਵਾਲਾ ਫਾਰਮੂਲਾ ਲਗਾ ਦੇਣਾ। ਮਿਡ ਪੁਆਇੰਟ ਵਾਲੇ ਫਾਰਮੂਲੇ ਦੇ ਲਈ ਆਪਣੇ ਕੋਲ ਕਿਹੜੇ ਕਿਹੜੇ ਆ, ਦੇਖੋ A ਦਾ ਮਤਲਬ ਕੀ ਆ 1 ਐਂਡ 2 ਔਰ C ਦਾ ਮਤਲਬ ਕੀ ਆ x ਤੇ 6। ਆਹ ਚੀਜ਼ ਆ, ਜਾਣੀ ਕਿ ਆ ਦਿਸ ਇਜ਼ ਯੋਰ x1, ਦਿਸ ਇਜ਼ ਯੋਰ x1 y1 x2 y2। ਆਹੀ ਚੀਜ਼ ਹੁੰਦੀ ਆ। ਇਹਦੇ ਥਾਂ ਤੇ ਆ ਮਿਡ ਪੁਆਇੰਟ ਦਾ ਫਾਰਮੂਲਾ ਲਗਾਓ। ਕੀ ਬਣੂਗਾ ਤੁਹਾਡੇ ਕੋਲ, x1 + x2 / 2, ਜਾਣੀ ਕਿ ਤੁਹਾਡੇ ਕੋਲ ਕੀ ਆ ਜਾਏ x1 + x2 / 2। ਆ ਹੋ ਗਿਆ x1 x2 / 2। ਦੂਸਰੇ ਪਾਸੇ y ਵਾਲੇ ਵੇਰੀਏਬਲ 2 + 6 / 2। ਸਮਝ ਲੱਗ ਗਈ ਨਾ, ਮੈਂ ਮਿਡ ਪੁਆਇੰਟ ਦਾ ਫਾਰਮੂਲਾ ਲਗਾ ਰਹੀ ਹਾਂ। ਹੁਣ ਇਹਨੂੰ ਸੋਲਵ ਕਰੋ। ਸੋਲਵ ਕਰਕੇ ਕੀ ਆ ਜਾਣਾ, ਆ ਤਾਂ ਸੋਲਵ ਹੋਣਾ ਨਹੀਂ, ਆਹੀ ਚੀਜ਼ ਰਹਿ ਜਾਣੀ ਆ। ਇਹਨੂੰ ਸੋਲਵ ਕਰੋ, ਕਿੰਨਾ ਆ ਜਾਊਗਾ, 6 + 2 ਹੋ ਗਿਆ 8। ਇਹ ਆ ਗਿਆ 8 / 2, ਕੈਂਸਲ ਕਰਕੇ ਕਿੰਨਾ ਆ ਗਿਆ ਤੁਹਾਡੇ ਕੋਲ 4। ਆ ਤੁਹਾਡੇ ਕੋਲ ਆ ਗਿਆ AC ਦੇ ਪੁਆਇੰਟ। ਠੀਕ ਹੈ, ਉਹ ਜਿਹੜਾ ਮਿਡ ਪੁਆਇੰਟ ਸੀਗਾ AC ਦਾ। ਨਾਓ ਲੈਟ O is a ਮਿਡ ਪੁਆਇੰਟ ਆਫ, ਦੂਸਰੇ ਪਾਸੇ ਕਿਹਦਾ ਮਿਡ ਪੁਆਇੰਟ ਸੀਗਾ, ਉਹ B ਔਰ D ਦਾ। ਹੁਣ BD ਦੇ ਪੁਆਇੰਟ ਕਿਹੜੇ ਰਫ ਦੇ ਵਿੱਚ ਹੀ ਲਿਖਣੇ ਤੁਸੀਂ ਆਪਣੀ ਅੰਡਰਸਟੈਂਡਿੰਗ ਦੇ ਲਈ। 4 ਤੇ y, ਦੂਸਰੇ ਪਾਸੇ ਕੀ ਸੀਗਾ 3 ਤੇ 5। ਦਿਸ ਇਜ਼ ਯੋਰ x1 y1, ਦਿਸ ਇਜ਼ ਯੋਰ x2 y2। ਇਹਦੇ ਹਿਸਾਬ ਦੇ ਨਾਲ ਮਿਡ ਪੁਆਇੰਟ ਦਾ ਫਾਰਮੂਲਾ ਲਗਾਓ। x1 + x2 / 2, ਜਾਣੀ ਕਿ 4 + 3 / 2, y + 5 / 2। ਮਿਡ ਪੁਆਇੰਟ ਦਾ ਫਾਰਮੂਲਾ ਲਗਾਤਾ। ਇਹਨੂੰ ਸੋਲਵ ਕਰ ਲਓ। 4 + 3 ਕਿੰਨੇ ਹੁੰਦੇ ਆ ਤੁਹਾਡੇ ਕੋਲ, 7 / 2। ਤੇ ਆ ਤਾਂ ਸੋਲਵ ਹੋ ਨਹੀਂ ਸਕਦਾ ਕਿਉਂਕਿ ਇਹਦੇ ਵਿੱਚ ਇੱਕ ਵੇਰੀਏਬਲ ਆ। ਆਹ ਚੀਜ਼ ਤੁਹਾਡੀ ਆ ਗਈ। ਹੁਣ ਦੇਖੋ ਮਿਡ ਪੁਆਇੰਟ ਕੱਢ ਲਿਆ, ਉਹ ਇਹਦੇ ਵਿੱਚ ਕਾਮਨ ਚੀਜ਼ ਦੇਖੋ, O ਹੀ ਮਿਡ ਪੁਆਇੰਟ ਸੀਗਾ BD ਦਾ, O ਹੀ ਮਿਡ ਪੁਆਇੰਟ ਸੀਗਾ AC ਦਾ। ਮਤਲਬ ਕਿਤੇ ਨਾ ਕਿਤੇ ਉਹ ਜਿਹੜਾ ਦੋਨੇ ਇਕੁਏਸ਼ਨਸ ਦੇ ਵਿੱਚ ਰਿਲੇਟ ਕਰ ਰਿਹਾ ਆ। ਇਹਦਾ ਮਤਲਬ ਆ ਜਿਹੜਾ ਵੇਰੀਏਬਲ ਕੱਢਿਆ ਤੁਸੀਂ x ਦਾ, ਆ ਜਿਹੜਾ y ਦਾ, ਇੱਧਰ ਆ ਜਿਹੜਾ x ਦਾ ਆ ਜਿਹੜਾ y ਦਾ ਆ, ਸਿਮਿਲਰਲੀ ਆ ਨਾ। ਜਿਹੜੇ ਸਿਮਿਲਰ ਆ ਉਹ ਇਕੁਅਲ ਕਰ ਦੋ, ਜਾਣੀ ਕਿ 1 + x / 2 ਕਿਹਦੇ ਬਰਾਬਰ ਹੋ ਗਿਆ 7 / 2 ਦੇ, ਔਰ ਦੂਸਰੇ ਪਾਸੇ y + 5 / 2 ਕਿਹਦੇ ਬਰਾਬਰ ਹੋ ਗਿਆ ਤੁਹਾਡੇ ਕੋਲ 4 ਦੇ, ਜਾਣੀ ਕਿ y ਵਾਲੇ y ਦੇ ਨਾਲ ਕਰ ਦਿੱਤੇ, x ਵਾਲੇ x ਦੇ ਨਾਲ ਇਕੁਅਲ ਕਰ ਦਿੱਤੇ। ਹੁਣ ਕ੍ਰਾਸ ਕਰੋ, ਇੱਧਰ ਜਦੋਂ ਮਲਟੀਪਲਾਈ ਕੀਤਾ ਇੱਧਰ ਕਿੰਨਾ ਆ ਗਿਆ 2 + 2x = 7 × 2 ਹੋ ਗਿਆ 14। 2x = 14 - 2,
2x ਇਜ਼ ਇਕਲ ਟੂ 14 ਦੇ ਵਿੱਚੋਂ 2 ਮਾਈਨਸ ਕੀਤੇ ਤਾਂ 12 ਆ ਗਿਆ। x ਇਜ਼ ਇਕਲ ਟੂ 12 ਡਿਵਾਈਡ 2 ਕੈਂਸਲ ਕਰਕੇ ਕਿੰਨਾ ਆ ਗਿਆ 6। ਸਿਮਿਲਰਲੀ ਦੂਸਰੇ ਪਾਸੇ y ਪਲਸ 5 ਇਜ਼ ਇਕਲ ਟੂ 4 ਨੂੰ ਇੱਧਰ ਜਾ ਕੇ ਮਲਟੀਪਲਾਈ ਕੀਤਾ ਤਾਂ 8 ਆ ਗਿਆ। y ਇਜ਼ ਇਕਲ ਟੂ 8 ਮਾਈਨਸ 5। ਹੁਣ 8 ਦੇ ਵਿੱਚੋਂ ਜਦੋਂ ਤੁਸੀਂ 5 ਮਾਈਨਸ ਕੀਤੇ ਤਾਂ y ਦੀ ਵੈਲਿਊ ਕਿੰਨੀ ਆ ਗਈ 3। ਆਹ ਤੁਹਾਡੇ ਕੋਲ x ਆ ਗਿਆ, ਆਹ ਤੁਹਾਡੇ ਕੋਲ x ਆ ਗਿਆ, ਤੁਹਾਡੇ ਕੋਲ y ਆ ਗਿਆ। ਇਹੀ ਚੀਜ਼ ਤੁਸੀਂ ਫਾਈਂਡ ਕਰਨੀ ਸੀ। ਕਿਹੜੀ ਚੀਜ਼ ਦੇ ਨਾਲ ਆਪਾਂ ਫਾਈਂਡ ਕੀਤੀ? ਮਿਡ ਪੁਆਇੰਟ ਵਾਲੇ ਫਾਰਮੂਲੇ ਦੇ ਨਾਲ। ਮਿਡ ਪੁਆਇੰਟ ਵਾਲਾ ਫਾਰਮੂਲਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਸੀ ਇਸ ਕੁਐਸਚਨ ਦੇ ਵਿੱਚ। ਨਾਓ ਨੈਕਸਟ ਕੁਐਸਚਨ ਹੈ ਤੁਹਾਡਾ ਬਿਲਕੁਲ ਇਸੇ ਚੀਜ਼ ਦੇ ਨਾਲ ਥੋੜਾ ਜਿਹਾ ਰਿਲੇਟ ਕਰ ਰਿਹਾ ਹੈ ਕੁਐਸਚਨ। ਦੇਖੋ ਕੀ ਕਹਿ ਰਿਹਾ ਹੈ ਉਹ, ਫਾਈਂਡ ਦਾ ਕੋਆਰਡੀਨੇਟਸ ਆਫ ਪੁਆਇੰਟ A ਪੁਆਇੰਟ ਦੇ ਕੋਆਰਡੀਨੇਟ ਫਾਈਂਡ ਕਰੋ ਵੇਅਰ AB ਇਜ਼ ਅ ਡਾਇਆਮੀਟਰ। ਹੁਣ ਡਾਇਆਮੀਟਰ ਮਤਲਬ ਪੰਜਾਬੀ ਵਾਲੇ ਸਟੂਡੈਂਟ ਡਾਇਆਮੀਟਰ ਨੂੰ ਬਿਆਸ ਕਹਿੰਦੇ ਆ। ਬਿਆਸ ਮਤਲਬ ਜਿਹੜੀ ਕੇਂਦਰ ਮਤਲਬ ਸੈਂਟਰ ਦੇ ਵਿੱਚੋਂ ਕੋਈ ਵੀ ਜਿਹੜੀ ਲਾਈਨ ਪਾਸ ਕਰਦੀ ਆ ਔਰ ਉਹਦੇ ਐਜਸ ਮਤਲਬ ਜਿੱਥੇ ਸਰਕਲ ਖਤਮ ਹੁੰਦਾ ਉੱਥੇ ਟੱਚ ਕਰਦੀ, ਉਹਨੂੰ ਬਿਆਸ ਕਹਿੰਦੇ ਜਾਂ ਡਾਇਆਮੀਟਰ ਕਹਿੰਦੇ ਆ। ਆਫ ਅ ਸਰਕਲ ਹੂਜ਼ ਸੈਂਟਰ ਮਤਲਬ ਉਹਦਾ ਕੇਂਦਰ ਕਿੰਨਾ ਹੈ ਤੁਹਾਡੇ ਕੋਲ 2 ਤੇ -3। ਆਪਾਂ ਲਿਖ ਲਿਆ ਡਾਇਗ੍ਰਾਮ ਬਣਾ ਕੇ, ਸੈਂਟਰ ਉਹਦਾ ਲਿਖ ਲਿਆ। B ਪੁਆਇੰਟ ਤੁਹਾਨੂੰ ਕੋਈ ਵੀ ਦਿੱਤਾ ਹੋਇਆ, A ਪੁਆਇੰਟ ਦੇ ਕੋਆਰਡੀਨੇਟ ਫਾਈਂਡ ਕਰਨੇ ਆ। ਇਹਦਾ ਮਤਲਬ ਜੋ ਚੀਜ਼ ਤੁਸੀਂ ਫਾਈਂਡ ਕਰਨੀ ਆ ਉਹਨੂੰ ਸਪੋਜ਼ ਕਰ ਲਓ, ਲੈਟ ਦਾ ਪੁਆਇੰਟ A ਨੂੰ ਕੀ ਮੰਨ ਲਿਆ ਮੈਂ x ਐਂਡ y। ਇਹਦਾ ਮਤਲਬ ਹੁਣ ਮੈਂ x ਐਂਡ y ਫਾਈਂਡ ਕਰਨੀ, A ਦੇ ਕੋਆਰਡੀਨੇਟ ਫਾਈਂਡ ਕਰਨੇ ਆ। ਬਿਲਕੁਲ ਪਿਛਲੇ ਕੁਐਸਚਨ ਵਾਂਗੂ ਨਹੀਂ ਲੱਗ ਰਿਹਾ ਕਿ A ਔਰ B ਇੱਕ ਲਾਈਨ ਦਿੱਤੀ ਹੋਈ ਆ ਤੇ C ਉਹਦਾ ਮਿਡ ਪੁਆਇੰਟ ਆ, ਯਾਨੀ ਕਿ ਮਿਡ ਪੁਆਇੰਟ ਇਜ਼ ਇਕਲ ਟੂ ਇਹਨਾਂ ਦੋਨਾਂ ਪੁਆਇੰਟਾਂ ਦੇ ਬਰਾਬਰ ਜਿਹੜਾ ਫਾਰਮੂਲਾ ਲੱਗਦਾ ਲਗਾ ਦਿਓ। ਨਾਓ ਕੀ ਬਣਿਆ ਆਪਣੇ ਕੋਲ, ਮਿਡ ਪੁਆਇੰਟ ਯਾਨੀ ਕਿ 2 ਤੇ -3 ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੈ? ਦਿਸ ਇਜ਼ ਯੂਰ x1 y1 x2 y2। ਮਿਡ ਪੁਆਇੰਟ ਦਾ ਫਾਰਮੂਲਾ x1 ਪਲਸ x2 ਡਿਵਾਈਡ 2 y1 ਪਲਸ y2 ਡਿਵਾਈਡ 2। ਉਹਦੇ ਹਿਸਾਬ ਦੇ ਨਾਲ ਇਹਨਾਂ ਦੋਨਾਂ ਤੇ ਫਾਰਮੂਲਾ ਲਗਾਓ। A ਔਰ B ਦਾ ਮਿਡ ਪੁਆਇੰਟ ਹੈ ਕੀ ਆ? C ਆ। ਇਹਦੇ ਹਿਸਾਬ ਨਾਲ ਕੀ ਹੋ ਗਿਆ x ਪਲਸ 1 ਡਿਵਾਈਡ 2 x ਪਲਸ 1 ਡਿਵਾਈਡ 2 ਕੌਮਾ y ਪਲਸ 4 ਡਿਵਾਈਡ 2। ਕਿਉਂ ਇਹ ਇੱਦਾਂ ਕੀਤਾ? ਬਿਕੋਜ਼ C is a ਮਿਡ ਪੁਆਇੰਟ ਆਫ AB। ਓਕੇ, ਨਾਓ ਇਹਨੂੰ ਸੋਲਵ ਕਰ ਲਓ। ਸੋਲਵ ਹੁਣ ਦੇਖੋ ਕਿੱਦਾਂ ਕਰਨਾ ਹੈ। ਦੇਖੋ ਆ ਵੀ x ਦਾ ਕੋਆਰਡੀਨੇਟ, ਆ ਵੀ x ਦਾ, ਆ y ਦਾ, ਆ ਵੀ y ਦਾ। ਪਤਾ ਹੀ ਆ ਕਿਉਂਕਿ ਪਹਿਲਾ ਕੋਆਰਡੀਨੇਟ ਹਮੇਸ਼ਾ x ਦਾ ਹੁੰਦਾ, ਦੂਜਾ y ਦਾ। ਇੱਧਰ ਵੀ ਸੇਮ ਟੂ ਸੇਮ ਆ, x ਵਾਲੇ ਨੂੰ x ਵਾਲੇ ਨਾਲ ਕਰ ਲਓ, y ਵਾਲੇ ਨੂੰ y ਵਾਲੇ ਦੇ ਨਾਲ ਕਰ ਲਓ। ਯਾਨੀ ਕਿ 2 ਇਜ਼ ਇਕਲ ਟੂ ਕਿਹਦੇ ਬਰਾਬਰ ਹੋ ਗਿਆ? x ਪਲਸ 1 ਡਿਵਾਈਡ 2। ਦੂਸਰੇ ਪਾਸੇ ਮਾਈਨਸ ਦਾ 3 ਇਜ਼ ਇਕਲ ਟੂ ਕਿਹਦੇ ਬਰਾਬਰ ਹੋ ਗਿਆ? y ਪਲਸ 4 ਡਿਵਾਈਡ 2। ਨਾਓ ਇਹਨੂੰ ਸੋਲਵ ਕਰ ਦਿਓ। ਸੋਲਵ ਕਰਨ ਦਾ ਤਰੀਕਾ ਉਹੀ ਜੋ ਪਹਿਲਾਂ ਕੀਤਾ ਸੀ, x ਪਲਸ 1 4 ਮਾਈਨਸ 1 ਇਜ਼ ਇਕਲ ਟੂ x। x ਦੀ ਵੈਲਿਊ ਕਿੰਨੀ ਆ ਗਈ 3। ਠੀਕ ਹੈ, ਇੱਧਰਲੇ ਪਾਸੇ ਜਦੋਂ ਕੀਤਾ -6 y ਪਲਸ 4, ਦੂਸਰੇ ਪਾਸੇ ਲੈ ਗਿਆ -6 ਮਾਈਨਸ ਦਾ 4 ਇਜ਼ ਇਕਲ ਟੂ y ਮਾਈਨਸ ਦਾ 10 ਇਜ਼ ਇਕਲ ਟੂ y। y ਦੀ ਵੈਲਿਊ ਕਿੰਨੀ ਆ ਗਈ ਮਾਈਨਸ ਦਾ 10। ਹੁਣ x ਤੇ y ਦੇ A ਦੇ ਕੋਆਰਡੀਨੇਟ ਕੀ ਸੀ? x, y। ਉਹ ਕਿੰਨਾ ਆ ਗਿਆ 3, ਮਾਈਨਸ ਦਾ 10। ਆਹੀ ਤੁਹਾਡਾ ਆਨਸਰ ਹੈ। ਠੀਕ ਹੈ, ਬਿਲਕੁਲ ਸੇਮ ਟੂ ਸੇਮ ਆ, ਸਿਰਫ ਮਿਡ ਪੁਆਇੰਟ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਵੀ ਕਰਨਾ ਕੀ ਆ। ਨਾਓ ਨੈਕਸਟ ਕੁਐਸਚਨ ਬਹੁਤ ਵਾਰੀ ਪੇਪਰ 'ਚ ਆਇਆ ਹੋਇਆ, ਥੋੜਾ ਜਿਹਾ ਕੰਪਲੀਕੇਟਡ ਹੈ, ਇਹਨੂੰ ਧਿਆਨ ਨਾਲ ਦੇਖਿਓ। ਕੀ ਕਹਿ ਰਿਹਾ ਹੈ ਉਹ ਤੁਹਾਨੂੰ, ਇਫ A ਐਂਡ B ਆਰ, A ਦਾ ਪੁਆਇੰਟ ਆਇਆ, B ਦਾ ਪੁਆਇੰਟ ਆਇਆ ਰਿਸਪੈਕਟਿਵਲੀ, ਮਤਲਬ ਲਗਾਤਾਰ A ਤੇ B ਦਾ ਪੁਆਇੰਟ ਦਿੱਤਾ ਹੋਇਆ ਆ। ਫਾਈਂਡ ਦਾ ਕੋਆਰਡੀਨੇਟਸ ਆਫ P। ਹੁਣ P ਕੋਈ ਪੁਆਇੰਟ ਆ ਜਿਹੜਾ ਕਿ ਲਾਈਜ਼ ਔਨ ਦਾ ਲਾਈਨ ਸੈਗਮੈਂਟ A ਦੀ ਲਾਈਨ ਸੈਗਮੈਂਟ ਦੇ ਉੱਤੇ P ਕੋਈ ਪੁਆਇੰਟ ਦਿੱਤਾ ਹੋਇਆ, ਉਹਦੇ ਕੋਆਰਡੀਨੇਟ ਫਾਈਂਡ ਕਰਨੇ ਆ। ਤੁਹਾਨੂੰ ਇਕੁਏਸ਼ਨ ਆ ਚੀਜ਼ ਦਿੱਤੀ ਹੋਈ ਆ, ਇਹਨੂੰ ਯੂਜ਼ ਕਰਦੇ ਹੋਏ। ਠੀਕ ਹੈ, ਹੁਣ ਦੇਖੋ ਪਹਿਲਾਂ ਤਾਂ ਜੋ ਸਾਨੂੰ ਦਿੱਤਾ ਉਹਦਾ ਡਾਇਗਰਾਮ ਡਰਾ ਕਰਦੇ ਆ। ਉਹ ਕੀ ਕਹਿ ਰਿਹਾ ਆ, A ਔਰ B ਕੋਈ ਪੁਆਇੰਟਸ ਆ ਜਿਹੜੇ ਕੀ ਆ -2 ਔਰ 2 ਐਂਡ ਮਾਈਨਸ ਦਾ 4। ਠੀਕ ਹੈ, ਲਾਈਨ ਸੈਗਮੈਂਟ ਦੇ ਉੱਤੇ ਉਹਨੇ ਨਹੀਂ ਕਿਹਾ ਵੀ ਉਹ ਮਿਡ ਪੁਆਇੰਟ ਆ ਜਾਂ ਸੈਂਟਰ 'ਚ ਆ ਜਾਂ ਕੁਛ ਨਹੀਂ ਕਿਹਾ। ਉਹਨੇ ਕਿਹਾ ਕੋਈ ਵੀ ਪੁਆਇੰਟ P ਆ ਉਹਦੇ ਉੱਤੇ, ਮਤਲਬ ਕਿ ਮੈਂ ਸੈਂਟਰ ਵਾਲੀ ਚੀਜ਼ ਨਹੀਂ ਲੈ ਸਕਦੀ, ਕਿਤੇ ਵੀ ਆ ਕੋਈ ਵੀ ਪੁਆਇੰਟ, ਚਾਹੇ ਇੱਧਰ ਹੋ ਸਕਦਾ ਚਾਹੇ ਇੱਧਰ ਹੋ ਸਕਦਾ, ਬਸ ਲਾਈਨ ਦੇ ਉੱਪਰ ਹੈ। ਹੁਣ ਉਹਨੇ ਸਾਨੂੰ ਇੱਕ ਕੰਡੀਸ਼ਨ ਦਿੱਤੀ ਹੋਈ ਆ, ਆਹ ਵਾਲੀ। ਕੀ ਦਿੱਤਾ ਹੋਇਆ ਉਹਨੇ? AP ਇਜ਼ ਇਕਲ ਟੂ 3/7 AB। ਆਹ ਚੀਜ਼ ਸਾਨੂੰ ਦਿੱਤੀ ਹੋਈ ਆ, ਇਹ ਗਿਵਨ ਹੈ। ਨਾਓ ਇਹਨੂੰ ਯੂਜ਼ ਕਰਦੇ ਹੋਏ ਸਾਨੂੰ ਰੇਸ਼ੋ ਪਤਾ ਕਰਨੀ ਆ, ਫਿਰ ਅਸੀਂ ਆਪਣਾ ਰੇਸ਼ੋ ਵਾਲਾ ਫਾਰਮੂਲਾ ਲਗਾਉਂਗੇ ਜਿਹੜਾ ਲਗਾਉਂਦੇ ਸੀ ਪਿਛਲੀ ਐਕਸਰਸਾਈਜ਼ ਦੇ ਵਿੱਚ। ਹੁਣ ਦੇਖੋ ਪਿਛਲੇ ਪਾਰਟ ਦੇ ਵਿੱਚ ਜਿਹੜਾ ਲਗਾਇਆ ਸੀਗਾ,
ਹੁਣ ਦੇਖੋ ਇਹਨੂੰ ਕਿੱਦਾਂ ਸੋਲਵ ਕਰੋਗੇ ਤੁਸੀਂ। ਸੋਲਵ ਕਰਨ ਦਾ ਤੁਹਾਡੇ ਬਹੁਤ ਸਿੰਪਲ ਤਰੀਕਾ ਆ ਕਿ ਜਿਹੜੀਆਂ AP ਵਾਲੀਆਂ ਸਾਈਡਾਂ ਉਹ ਇੱਕ ਪਾਸੇ ਲੈ ਆਓ, ਜਿਹੜੇ ਡਿਜਿਟਸ ਆ ਉਹਨੂੰ ਦੂਸਰੇ ਪਾਸੇ ਲੈ ਜਾਓ। ਹੁਣ ਮੈਂ ਇਹਨੂੰ ਡਿਜਿਟ ਨੂੰ ਦੂਸਰੇ ਪਾਸੇ ਲੈ ਕੇ ਗਈ ਤਾਂ ਇਹਦਾ ਮਤਲਬ 3/7 ਆ, ਤਾਂ ਦੂਸਰੇ ਪਾਸੇ ਜਾ ਕੇ ਕੀ ਹੋ ਜਾਏਗਾ 7/3 ਇਜ਼ ਇਕੁਅਲ ਟੂ AB ਤਾਂ ਆਲਰੇਡੀ ਇੱਧਰ ਸੀਗਾ, ਦੂਸਰੇ ਪਾਸੇ ਆ ਇੱਧਰ ਜਾ ਕੇ ਡਿਵਾਈਡ ਹੋ ਜਾਏਗਾ। ਮਲਟੀਪਲਾਈ ਡਿਵਾਈਡ ਹੋ ਜਾਂਦੀ ਹੁੰਦੀਆਂ ਨਾ ਚੀਜ਼ਾਂ, ਔਰ ਜਿਹੜਾ ਡਿਵਾਈਡ 'ਚ ਹੁੰਦਾ ਉਹ ਉਲਟਾ ਹੋ ਜਾਂਦਾ ਹੁੰਦਾ। ਨਾਓ ਹੁਣ ਤੁਸੀਂ ਬਹੁਤ ਧਿਆਨ ਨਾਲ ਦੇਖਦੇ ਪਏ ਆ ਕਿ AB ਜਿਹੜੀ ਆ ਪੂਰੀ ਲਾਈਨ ਨੂੰ ਦੇਖੋ ਜਰਾ। AB ਜਿਹੜੀ ਆ ਅਗਰ ਮੈਂ ਉਹਨੂੰ 7/3 ਤਾਂ ਇੱਦਾਂ ਹੀ ਰਹਿੰਦਾ, ਅਗਰ AB ਜਿਹੜੀ ਉਹਨੂੰ ਮੈਂ ਲਿਖ ਦੇਵਾਂ AP ਪਲੱਸ PB ਤਾਂ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਇਹ ਟੋਟਲ ਦੋਨਾਂ ਨੂੰ ਪਲੱਸ ਕਰਕੇ AB ਬਣਦੀ ਪਈ ਆ। ਦਿਸ ਔਰ ਦਿਸ ਨੂੰ ਪਲੱਸ ਕਰਕੇ AB ਬਣਦੀ ਪਈ ਆ, ਤਾਂ ਉਹੀ ਚੀਜ਼ ਮੈਂ ਨੀਚੇ ਲਿਖ ਦਿੱਤੀ। ਠੀਕ ਹੈ, ਹੁਣ ਦੇਖੋ 7 ਆ। ਹੁਣ 7 ਨੂੰ ਅਗਰ ਮੈਂ ਡਿਵਾਈਡ ਕਰਨਾ ਚਾਹਾਂ, 7 ਨੂੰ ਇਸ ਚੀਜ਼ ਦੇ ਵਿੱਚ ਵੰਡਣਾ ਚਾਹਾਂ ਤਾਂ ਕੀ ਹੋ ਸਕਦਾ ਆ, ਹੋ ਸਕਦਾ 3 + 4 ਡਿਵਾਈਡ 3। ਕਿਉਂਕਿ 3 ਔਰ 4 ਨੂੰ ਪਲੱਸ ਕਰੇ ਤੇ 7 ਹੀ ਬਣਦੇ ਆ। ਠੀਕ ਹੈ, AP + PB। ਹੁਣ ਮੈਂ 3 ਔਰ 4 ਹੀ ਕਿਉਂ ਲਿਆ, ਇਹ ਵੀ ਚੀਜ਼ ਦੇਖ ਲਓ, ਕਿਉਂਕਿ ਨੀਚੇ 3 ਆਉਂਦਾ ਪਿਆ ਸੀ। ਆਹ ਦੇਖੋ ਸਾਫ਼-ਸਾਫ਼ ਪਤਾ ਚੱਲਦਾ ਪਿਆ ਕਿ AP ਦੀ ਵੈਲਿਊ 3 ਆ, ਸਾਫ਼-ਸਾਫ਼ ਨੀਚੇ ਤੋਂ ਪਤਾ ਚੱਲਦਾ ਪਿਆ। ਹੁਣ ਅਗਰ ਮੈਂ ਇੱਥੇ AP ਦੀ ਥਾਂ ਤੇ 3 ਪੁੱਟ ਕਰਤਾ ਔਰ ਟੋਟਲ ਮੈਨੂੰ 7 ਬਣਾਉਣੇ ਆ, ਤਾਂ ਬਾਕੀ ਕਿੰਨਾ ਬਚਿਆ 4। ਇਸ ਕਰਕੇ 3 + 4 ਲਿਖਿਆ ਮੈਂ। ਨਾਓ ਕੱਲੇ ਥੱਲੇ ਕਰ ਦੋ 3 / 3 + 4 / 3 ਇਜ਼ ਇਕੁਅਲ ਟੂ AP / AP + PB / AP। ਕੱਲੇ ਥੱਲੇ ਕਰਤਾ, ਆ ਕੈਂਸਲ ਹੋ ਗਏ। ਕਿੰਨਾ ਆ ਗਿਆ 1 + 4 / 3 ਇਜ਼ ਇਕੁਅਲ ਟੂ 1 + PB / AP। 1 ਨਾਲ 1 ਕੈਂਸਲ ਕਿਉਂਕਿ ਦੋਨੇ ਪਾਸੇ ਇੱਕੋ ਜਿਹੇ ਆ। ਠੀਕ ਹੈ, ਹੁਣ ਕਿੰਨਾ ਆ ਗਿਆ 4 / 3 ਇਜ਼ ਇਕੁਅਲ ਟੂ PB / AP। ਹੁਣ ਸਟਾਰਟਿੰਗ ਕਿੱਥੋਂ ਹੁੰਦੀ AP ਤੋਂ, ਤਾਂ ਮੈਂ AP ਉੱਪਰ ਰੱਖ ਲੈਂਦੀ ਆ। AP / PB ਗੱਲ ਤਾਂ ਇੱਕੋ ਹੀ ਆ, 3 / 4। ਜਾਣੀ ਕਿ ਮੇਰੇ ਕੋਲ ਟੋਟਲ ਕੀ ਹੋ ਗਈ AP ਡਿਵਾਈਡ ਦਾ ਮਤਲਬ ਹੁੰਦਾ ਰੇਸ਼ੋ, ਉਹ ਕਿਹਦੇ ਬਰਾਬਰ ਆ ਗਈ 3/4 ਦੇ। ਇਹ ਸਾਰਾ ਚੱਕਰ ਇਸੇ ਕਰਕੇ ਪਿਆ ਇੰਨਾ ਬੜਾ, ਕਿਉਂਕਿ ਮੈਂ ਰੇਸ਼ੋ ਫਾਈਂਡ ਕਰਨੀ ਸੀ ਜਿਹੜੀ ਕਿ ਤੁਹਾਡੇ ਕੋਲ M1 ਤੇ M2 ਸੀ। ਹੁਣ ਆਪਣੇ ਕੋਲ ਫਾਰਮੂਲਾ, ਬਿਲਕੁਲ ਫਾਰਮੂਲਾ ਸੈਕਸ਼ਨ ਫਾਰਮੂਲਾ ਲਗਾ ਕੇ ਤੁਹਾਡੇ ਕੋਲ 2 ਪੁਆਇੰਟ ਪਏ ਆ, ਸੈਕਸ਼ਨ ਫਾਰਮੂਲਾ ਲਗਾ ਕੇ ਤੁਸੀਂ ਆਰਾਮ ਦੇ ਨਾਲ ਰੇਸ਼ੋ ਕੱਢ ਸਕਦੇ ਹੋ। ਨਾਓ ਆਪਾਂ ਕੀ ਫਾਈਂਡ ਕਰਨਾ ਆ, ਕੋਆਰਡੀਨੇਟ P ਦੇ ਕਿਹਦੇ ਬਰਾਬਰ ਆਉਗੇ। ਹੁਣ ਦੇਖੋ ਕਿਹਦੇ ਬਰਾਬਰ ਆਉਗੇ, ਜਦੋਂ ਤੁਹਾਡੇ ਕੋਲ ਆਹ ਚੀਜ਼ ਹੈਗੀ x1 y1 x2 y2, ਇਹਦੇ ਉੱਤੇ ਤੁਸੀਂ ਸੈਕਸ਼ਨ ਫਾਰਮੂਲਾ ਲਗਾਓਗੇ। ਕੀ ਸੀਗਾ M1 x2 + x2 M1 ਡਿਵਾਈਡ ਉਹ ਵਾਲਾ ਫਾਰਮੂਲਾ ਜਿਹੜਾ ਸੀਗਾ ਉਹ ਲਗਾ ਕੇ ਤੁਹਾਡੇ ਕੋਲ ਕੀ ਆ ਜਾਏਗਾ 3 × 2, ਕਿਉਂਕਿ 3 ਸੀਗਾ ਇਹਦਾ ਹਿੱਸਾ, M1 × x2 + M2 × x1 ਮਾਈਨਸ ਦਾ 2 ਡਿਵਾਈਡ M1 + M2। ਆਹੀ ਫਾਰਮੂਲਾ ਸੀਗਾ। ਇਸੇ ਤਰ੍ਹਾਂ ਸਿਮਿਲਰਲੀ x ਦੇ ਕੋਆਰਡੀਨੇਟ ਲਗਾਤੇ, y ਦੇ ਕੋਆਰਡੀਨੇਟ ਵੀ ਬਿਲਕੁਲ ਸੇਮ ਟੂ ਸੇਮ ਲਗਾ ਦਿਓ। ਅਗਰ ਨਹੀਂ ਪਤਾ ਚੱਲਦਾ ਕਿੱਦਾਂ ਲਗਾਉਣੇ ਤਾਂ ਇੱਥੇ ਰਫ ਦੇ ਵਿੱਚ ਪਹਿਲਾਂ ਲਿਖ ਲਿਆ ਕਰੋ ਕਿ ਕਿਹੜੇ ਕੋਆਰਡੀਨੇਟ ਆਉਣੇ ਆ। 4 × -2 ਡਿਵਾਈਡ 3 + 4। ਹੁਣ ਮੈਂ ਦੋਨੇ ਹੀ ਲਿਖ ਦਿੱਤੇ। ਹੁਣ ਇਹਨੂੰ ਸਿਰਫ ਸਿੰਪਲੀਫਾਈ ਕਰਨਾ, ਸੋਲਵ ਕਰਨਾ। ਕਿੰਨਾ ਆ ਗਿਆ 6 ਮਾਈਨਸ, ਕਿਉਂਕਿ ਬੜਾ ਆ ਤਾਂ ਮਾਈਨਸ ਆ, ਇੱਕ ਸਿੰਗਲ ਤਾਂ ਮੂਹਰੇ ਆ ਗਈ 8 ਡਿਵਾਈਡ 3 + 4 ਕਿੰਨੇ ਹੋ ਗਏ 7। ਦੂਸਰਾ ਕੋਆਰਡੀਨੇਟ ਕਿੰਨਾ ਆ ਗਿਆ ਮਾਈਨਸ ਦਾ 4 ਨੂੰ ਜਦੋਂ 3 ਦੇ ਨਾਲ ਮਲਟੀਪਲਾਈ ਕੀਤਾ ਕਿੰਨਾ ਆ ਗਿਆ ਮਾਈਨਸ ਦਾ 12, ਔਰ ਮਾਈਨਸ ਇੱਥੇ ਵੀ ਸੀਗੀ ਤਾਂ ਮਾਈਨਸ ਦਾ 8 ਡਿਵਾਈਡ 7। ਹੁਣ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਕਿੰਨਾ ਆ ਜਾਊਗਾ ਤੁਹਾਡੇ ਕੋਲ 6 ਦੇ ਵਿੱਚੋਂ 8 ਮਾਈਨਸ ਕੀਤੇ ਤਾਂ 2 ਆ ਗਿਆ, ਕਿਉਂਕਿ 8 ਬੜਾ ਸੀ ਤਾਂ ਮੈਂ ਮਾਈਨਸ ਲਗਾਉਂਗੀ ਡਿਵਾਈਡ 7। ਦੂਸਰੇ ਪਾਸੇ ਦੋਨੇ ਮਾਈਨਸ ਦੇ ਆਪਸ 'ਚ ਪਲੱਸ ਹੋ ਗਏ -20 ਡਿਵਾਈਡ 7। ਆਹ ਤੁਹਾਡੇ ਕੋਲ P ਦੇ ਕੋਆਰਡੀਨੇਟ ਆ ਗਏ ਔਰ ਇਹੀ ਤੁਹਾਡਾ ਆਨਸਰ ਹੈ। ਹੁਣ ਦੇਖੋ ਕੰਪਲੀਕੇਸ਼ਨ ਕਿੱਥੇ ਸੀਗੀ, ਸਿਰਫ ਆਹ ਚੀਜ਼ ਨੂੰ ਸੋਲਵ ਕਰਕੇ ਜਿਹੜੀ ਇਕੁਏਸ਼ਨ ਉਹਨੇ ਦਿੱਤੀ ਸੀ ਰੇਸ਼ੋ ਫਾਈਂਡ ਕਰਨ ਤੇ ਸੀ। ਆਹ ਤਾਂ ਬਿਲਕੁਲ ਪਹਿਲਾਂ ਵਰਗਾ ਕੁਐਸਚਨ ਹੈ ਜਿਹੜਾ ਤੁਸੀਂ ਸਟਾਰਟਿੰਗ 'ਚ ਹੀ ਕੀਤਾ ਆ, ਉਹੀ ਫਾਰਮੂਲਾ ਉਹੀ ਸਭ ਕੁਝ ਲੱਗਣਾ ਹੈ। ਲੇਕਿਨ ਆਹ ਚੀਜ਼ ਫਾਈਂਡ ਕਰਨ ਲਈ ਤੁਹਾਨੂੰ ਚਾਹੀਦਾ ਸੀ ਕਿ ਇਹਦੇ ਲਈ ਟ੍ਰਿਕ ਕੀ ਆ। ਠੀਕ ਹੈ, ਹੁਣ ਹੋਰ ਇਦਾਂ ਦੇ ਕੁਐਸਚਨ ਤੁਹਾਡੀ ਬੁੱਕ ਦੇ ਵਿੱਚ ਹੋਣਗੇ, ਐਗਜ਼ਾਮਪਲਸ ਵੀ ਕਰਿਆ ਕਰੋ ਤਾਂ ਕਿ ਉਹ ਵੀ ਪੇਪਰ 'ਚ ਆਉਂਦੀਆਂ ਆ। ਥੈਂਕ ਯੂ।